जंतर मंतर पे, तो इतनी संख्या अगर वहाँ होती तो शायद आपके हक मिल जाते। तो इतने अगर आप धक्के किसी पॉलिटिकल आदमी के इधर उधर खाओगे ना, इतनी संख्या आप मीडिया को दिखा दो। और जो वह जंतर मंतर पे आईबी, सीबीआई, आईडी, पता नहीं सीआईडी, बहुत सारे महकमे वहाँ आते हैं, वो सरकार को रिपोर्ट बना के देते हैं। तो उनको ये लगता है कि स्पीड गवर्नर का मसला हुआ, पैनिक बटन का मसला हुआ, या फिर ऑल इंडिया परमिट के साल बढ़ाने के 5 साल के बाद का मसला हुआ। तो ये कह रहे संजय सम्राट जी को खुद को ही दिक्कत है, शायद उनकी गाड़ी को। ਕੀ ਨਾਂ ਹੈ ਭਾਜੀ ਆਪਣਾ? ਮੇਰਾ ਨਾਮ ਜੈਲ ਸਿੰਘ ਹੈ ਜੀ। ਜੈਲ ਸਿੰਘ ਜੀ, ਕੀ ਕਹਿਣਾ ਚਾਹੁੰਦੇ ਕੇਜਰੀਵਾਲ? ਮੈਂ ਤਾਂ ਕੇਜਰੀਵਾਲ ਸਾਹਿਬ ਨੂੰ ਇਹ ਕਹਿਣਾ ਚਾਹ ਰਿਹਾ ਹਾਂ ਵੀ ਦਿੱਲੀ ਦੇ ਜਿਹੜੇ ਟਰਾਂਸਪੋਰਟੇਸ਼ਨ ਹੈ ਅਪਰੋਕਸੀਮੇਟਲੀ 5 ਸਾਲ ਗੱਡੀਆਂ ਸਾਡੀਆਂ ਦਿੱਲੀ ਗਵਰਨਮੈਂਟ ਸਾਨੂੰ ਪਰਮਿਟ ਦਿੰਦੀ ਹੈ। ਜੋ ਮੋਟਰ ਵਹੀਕਲ ਐਕਟ ਕਹਿੰਦਾ ਹੈ ਉਹ 9 ਸਾਲ ਕਹਿੰਦਾ ਹੈ, ਤੇ ਕਰੋਨਾ ਕਾਲ ਵਿੱਚ ਸਾਡੀਆਂ 5 ਸਾਲ ਇਹਨਾਂ ਨੇ ਪਰਮਿਟ ਦਿੱਤੇ ਨੇ, ਤੇ 2 ਸਾਲ ਸਾਡੇ ਇੱਦਾਂ ਹੀ ਰਹਿੰਦੇ ਨੇ। ਸਾਨੂੰ 2 ਸਾਲ ਦੀ ਹੋਰ ਐਕਸਟੈਂਸ਼ਨ ਦਿੱਤੀ ਜਾਵੇ। 9 ਸਾਲ ਦੀ ਸਾਡੀ ਐਕਸਟੈਂਸ਼ਨ ਤਾਂ ਆਲਰੇਡੀ ਹੈਗੀ ਹੈ, ਸਾਨੂੰ ਉਹ ਵੀ ਨਹੀਂ ਮਿਲਦੀ ਹੈ। ਸਾਨੂੰ ਪ੍ਰੋਪਰ ਜਿਹੜੀ ਗਾਈਡਲਾਈਨਸ ਦੇ ਮੁਤਾਬਿਕ ਜੋ ਮੋਟਰ ਵਹੀਕਲ ਐਕਟ ਕਹਿੰਦਾ ਉਸ ਦੇ ਆਧਾਰ ਪਰ ਸਾਨੂੰ ਦਿੱਤਾ ਜਿਹੜਾ ਪਰਮਿਟ ਹੈ ਉਹਦੀ ਗਾਈਡਲਾਈਨ ਦੇ ਮੁਤਾਬਿਕ ਦਿੱਤੀ ਜਾਵੇ। ਅਸੀਂ ਜਾਣਦੇ ਹਾਂ ਗਵਰਨਮੈਂਟ ਆਫੀਸਰ ਕੋਲ ਸਾਡੇ ਕੋਲ ਟਾਈਮ ਨਹੀਂ ਦਿੰਦੇ ਆ, ਅਸੀਂ ਉਹਨਾਂ ਨੂੰ ਟਾਈਮ ਮੰਗਦੇ ਨੇ, ਸਾਨੂੰ ਟਾਈਮ ਨਹੀਂ ਦਿੰਦੇ ਆ। ਔਰ ਇਹਨਾਂ ਨੇ ਜਿਹੜਾ ਪੈਨਿਕ ਬਟਨ ਦਾ ਕੀਤਾ ਹੈ, ਤੇ ਪੈਨਿਕ ਬਟਨ ਇਹਨਾਂ ਦਾ ਕੰਟਰੋਲ ਰੂਮ ਹੈ ਹੀ ਨਹੀਂ ਹਾਲੇ ਤੱਕ। ਉਸ ਦੇ ਆਧਾਰ ਪਰ ਇਹ ਪੈਨਿਕ ਬਟਨ ਸਾਤੇ ਚਾਰਜੇਬਲ ਕਰ ਰਹੇ ਨੇ, ਪੈਸੇ ਚਾਰਜੇਬਲ ਕਰ ਰਹੇ, ਜਦ ਕੰਟਰੋਲ ਰੂਮ ਹੀ ਨਹੀਂ ਹੈ ਇਹਨਾਂ ਦਾ, ਤੇ ਪੈਨਿਕ ਬਟਨ ਮਤਲਬ ਕਿਸ ਲਿਹਾਜ਼ੇ ਨਾਲ ਸਾਤੇ ਚਾਰਜੇਬਲ ਕੀਤਾ ਜਾ ਰਿਹਾ। ਵੀਰ ਜੀ, ਜੇ ਅਗਰ ਤੁਹਾਡੀਆਂ ਮੰਗਾਂ ਨਹੀਂ ਮੰਨਦੇ ਤਾਂ ਸੰਘਰਸ਼ ਤੇਜ਼ ਹੋਏਗਾ? ਸੰਘਰਸ਼ ਅਪਰੋਕਸੀਮੇਟਲੀ ਅਸੀਂ ਇਕੱਠੇ ਹੋ ਕੇ ਬਿਲਕੁਲ ਐਟ ਫਰੰਟ ਪਰ ਅਸੀਂ ਆਪਣੇ ਕੱਪੜੇ ਤਾਰਨ ਤੱਕ ਮਜਬੂਰ ਹੋ ਜਾਵਾਂਗੇ। ਔਰ ਜਿੱਥੇ ਤੱਕ ਦੀ ਰੋਜੀ ਰੋਟੀ ਦਾ ਸਵਾਲ ਹੈ, ਅਸੀਂ ਪੂਰਨ ਰੂਪ ਸક્ષਮ ਹੈਗੇ ਹੈ, ਔਰ ਅਸੀਂ ਸਾਰੇ ਬੰਦੇ ਇਕੱਠੇ ਹੋ ਕੇ ਕੇਜਰੀਵਾਲ ਦੇ ਕੋਲ ਜਾ ਕੇ ਆਪਣੀਆਂ ਮੰਗਾਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਉਸ ਚੀਜ਼ ਵਾਸਤੇ। ਥੈਂਕ ਯੂ ਸਰ। ਕਿਹੜਾ ਇਲਾਕਾ ਆਪਣਾ? ਆਪਣਾ ਰੋਪੜ ਡਿਸਟ੍ਰਿਕਟ ਹੈ ਜੀ, ਔਰ ਅਸੀਂ ਅਪਰੋਕਸੀਮੇਟਲੀ ਲਾਸਟ 20 ਸਾਲ 25 ਸਾਲ ਤੋਂ ਇੱਥੇ ਆਏ ਹੋਏ ਹਾਂ। ਥੈਂਕ ਯੂ। ਹਾਂਜੀ, ਕੀ ਨਾਂ ਹੈ ਵੀਰ ਜੀ ਆਪਣਾ? मेरा नाम गुरचरण सिंह, जी। मैं एक्स प्रेसिडेंट दिल्ली टैक्सी सोसाइटी जी और प्रेसिडेंट कालका जी DDA फ्लैट और एक्स सैकटरी दिल्ली टैक्सी सोसाइटी। सर ਤੁਸੀਂ ਕੇਜਰੀਵਾਲ ਨੂੰ ਕੀ ਕਹਿਣਾ ਚਾਹੁੰਦੇ? मैं केजरीवाल जी ਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਦਿੱਲੀ 'ਚ ਜਿੰਨੇ ਟਰਾਂਸਪੋਰਟਰ ਨੇ 75% ਟਰਾਂਸਪੋਰਟਰ ਪੰਜਾਬ ਨਾਲ ਬਿਲੋਂਗ ਕਰਦੇ ਨੇ ਜੀ। ਤੇ ਕੇਜਰੀਵਾਲ ਜੀ ਪੰਜਾਬ ਨੂੰ ਰੋਜ਼ ਤੁਰੇ ਫਿਰਦੇ ਆ ਵੋਟਾਂ ਵਾਸਤੇ, ਲੇਕਿਨ ਜਿਹੜੇ ਦਿੱਲੀ 'ਚ ਟਰਾਂਸਪੋਰਟਰ ਬੈਠੇ ਨੇ ਪੰਜਾਬ ਦੇ ਉਹਨਾਂ ਦੀ ਗੱਲ ਸੁਣਦੇ ਨਹੀਂ। ਮੇਰੀ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਜਿਹੜਾ ਦਿੱਲੀ 'ਚ ਜਿਹੜੀਆਂ ਸਾਡੀਆਂ ਗੱਡੀਆਂ ਆਲ ਇੰਡੀਆ ਪਰਮਿਟ ਦੂਸਰੀਆਂ ਗੱਡੀਆਂ ਉਹਨਾਂ ਤੇ ਇੱਕ ਸਪੀਡ ਗਵਰਨਰ ਬੰਨ੍ਹ ਕੇ ਰੱਖਿਆ ਹੋਇਆ ਜੀ। ਜਦ ਆਪਾਂ ਦਿੱਲੀ ਤੋਂ ਹਾਈਵੇ ਤੇ ਜਾਂਦੇ ਉੱਥੇ 120 ਦੀ ਸਪੀਡ ਹੈ, ਲੇਕਿਨ ਕੇਜਰੀਵਾਲ ਜੀ ਕਹਿੰਦੇ 80 ਤੇ ਚਲਾਓ। ਜੀ ਦੱਸੋ ਇਹ ਕਿੱਥੇ ਦਾ ਇਨਸਾਫ ਹੈ? ਕੇਜਰੀਵਾਲ ਜੀ ਨੂੰ ਅਸੀਂ ਕਈ ਵਾਰ ਇਹ ਰਿਕੁਐਸਟ ਕੀਤੀ ਕਿ ਤੁਸੀਂ ਕਮ ਸੇ ਕਮ ਜਿਹੜਾ 80 ਵਾਲਾ ਸਪੀਡ ਗਵਰਨਰ ਉਹਨੂੰ 120 ਤੇ ਕਰਿਆ ਜਾਵੇ, ਕਿਉਂਕਿ ਜਦ ਅਸੀਂ ਦਿੱਲੀ ਤੋਂ ਬਾਹਰ ਜਾਂਦੇ ਜਦ ਆਲਰੇਡੀ ਹਾਈਵੇ ਤੇ 120 ਦੀ ਸਪੀਡ ਹੈ ਤੇ ਕਮ ਸੇ ਕਮ 120 ਤੇ ਹੋਣਾ ਚਾਹੀਦਾ, ਉਹਦੇ ਥੱਲੇ ਤਾਂ ਨਹੀਂ ਹੋਣਾ ਚਾਹੀਦਾ। ਕੋਈ ਡਾਕੂ ਪਿੱਛੇ ਪੈ ਜੇ, ਕੋਈ ਚੋਰ ਪਿੱਛੇ ਪੈ ਜੇ, ਅਸੀਂ 80 ਤੇ ਜਾ ਰਹੇ, ਅਗਲੇ ਘੇਰ ਕੇ ਸਾਨੂੰ ਕੁੱਟ ਦੇਵੇ, ਵਿੱਚ ਕੇਜਰੀਵਾਲ ਸਾਹਿਬ ਵਰਗਾ ਕੋਈ ਬੈਠਾ ਉਹਨੂੰ ਵੀ ਕੁੱਟ ਦੇਣਾ ਉਹਨੇ। ਨਹੀਂ ਸਰ, ਉਹ ਬਹੁਤ ਪੰਜਾਬ ਦੇ ਵਿੱਚ ਜਾ ਕੇ ਕਹਿ ਰਿਹਾ ਕਿ ਅਸੀਂ 2-2000 ਰੁਪਇਆ ਬੀਬੀਆਂ ਨੂੰ ਦੇਵਾਂਗੇ, ਕਿ ਪੰਜਾਬ ਦੀ ਇਹੋ ਜਿਹੀ ਹਾਲਤ ਹੋ ਗਈ ਕਿ ਉਹ ਪੰਜਾਬ ਦੇ ਲੋਕਾਂ ਨੂੰ ਕਹਿੰਦਾ 2-2000 ਰੁਪਇਆ ਦੀ। ਦੇਖੋ, ਮੈਂ ਕੇਜਰੀਵਾਲ ਜੀ ਨੂੰ ਇੱਕ ਅਪੀਲ ਕਰਦਾ, ਤੁਸੀਂ 2-2000 ਬੀਬੀਆਂ ਨੂੰ ਦੇਣ ਦਾ ਖਹਿੜਾ ਛੱਡ ਦਿਓ। ਤੁਸੀਂ ਪਹਿਲੇ ਜਿਹੜੇ ਟਰਾਂਸਪੋਰਟਰ ਦਿੱਲੀ 'ਚ ਬੈਠੇ ਹੋ ਉਹਨਾਂ ਦੀ ਤਾਂ ਅਪੀਲ ਸੁਣੋ ਜੀ। ਉਹਨਾਂ ਦੇ ਇੱਕ ਤਾਂ ਸਪੀਡ ਗਵਰਨਰ ਦਾ ਮੁੱਦਾ ਹੋ ਗਿਆ, ਦੂਜਾ ਆਲ ਇੰਡੀਆ ਪਰਮਿਟ ਜਿਹੜੀਆਂ ਸਾਡੀਆਂ ਗੱਡੀਆਂ ਉਹਨਾਂ 'ਚ ਇੱਕ ਪੈਨਿਕ ਬਟਨ ਲਗਾਉਂਦੇ ਆ, ਦਿੱਲੀ 'ਚ ਪਾਸ ਨਹੀਂ ਹੁੰਦੀਆਂ ਗੱਡੀਆਂ। ਪੈਨਿਕ ਬਟਨ ਦੇ ਨਾਂ ਤੇ 10-10 15-15 ਹਜ਼ਾਰ ਰੁਪਏ ਲੈਂਦੇ ਨੇ, ਤੇ ਉਸ ਤੋਂ ਇਲਾਵਾ ਦੂਸਰੀਆਂ ਹੋਰ ਕਈ ਦਿੱਕਤਾਂ ਹੈ ਜਿਹੜੀਆਂ ਸਾਡੀਆਂ ਸੁਣੀਆਂ ਨਹੀਂ ਜਾ ਰਹੀਆਂ। ਸਾਡੀ ਕੇਜਰੀਵਾਲ ਜੀ ਨੂੰ ਇੱਕ ਬੇਨਤੀ ਹੈ ਕਿ ਪੈਨਿਕ ਬਟਨ ਵਾਲਾ ਮੁੱਦਾ ਹਟਾਇਆ ਜਾਵੇ ਔਰ ਆਲ ਇੰਡੀਆ ਪਰਮਿਟ ਕਮ ਸੇ ਕਮ 9 ਸਾਲ ਦਾ ਹੋਣਾ ਚਾਹੀਦਾ ਹੈ। 5 ਸਾਲ ਤੋਂ ਅੱਗੇ ਜਿਹੜਾ ਪਰਮਿਟ ਹੁੰਦਾ ਉਹਨੂੰ ਰਿਨਿਊਵਲ ਕਰਨਾ ਚਾਹੀਦਾ। ਜਦੋਂ ਉਹ ਪਰਮਿਟ NCR ਤੋਂ ਬਾਹਰ ਜਾ ਕੇ ਹੋ ਜਾਂਦਾ ਔਰ ਉਹ ਗੱਡੀਆਂ ਦਿੱਲੀ 'ਚ ਆ ਕੇ ਚੱਲ ਸਕਦੀਆਂ ਨੇ ਔਰ ਦਿੱਲੀ 'ਚ ਆਉਂਦੀਆਂ ਜਾਂਦੀਆਂ ਨੇ, ਤੇ ਸਾਡੀਆਂ ਜਿਹੜੀਆਂ ਗੱਡੀਆਂ 2 ਸਾਲ ਤੱਕ ਕੋਵਿਡ ਕਰਕੇ ਹੀ ਖੜੀਆਂ ਰਹੀਆਂ। ਜਿਹੜੀ ਅਸੀਂ 20-22 ਲੱਖ ਰੁਪਏ ਦੀ ਕ੍ਰਿਸਟਾ ਗੱਡੀ ਖਰੀਦਦੇ ਆ, ਉਹ 3 ਸਾਲ ਪਹਿਲੇ ਜਿਹਨੇ ਖਰੀਦੀ 2 ਸਾਲ ਤੱਕ ਕੋਵਿਡ ਕਰਕੇ ਖੜੀ ਰਹਿ ਗਈ, ਤੇ 2 ਸਾਲ ਬਾਅਦ ਉਹਨੂੰ ਕਹਿੰਦੇ ਤੁਸੀਂ ਖਤਮ ਕਰ ਦਿਓ।
ਕਿਹੜਾ ਟਰਾਂਸਪੋਰਟਰ ਹੈ ਜਿਹੜਾ 20 ਲੱਖ ਦੀ ਗੱਡੀ ਨੂੰ 2 ਸਾਲ 'ਚ ਫ੍ਰੀ ਕਰ ਲੇ? ਤੇ ਇਹ ਗੱਡੀਆਂ ਇਹ ਚੀਜ਼ਾਂ ਇਹਨਾਂ ਨੂੰ ਦੇਖਣੀਆਂ ਚਾਹੀਦੀਆਂ ਨੇ। ਪੰਜਾਬ ਦੇ ਵਿੱਚ ਤਾਂ ਕਿਹਾ ਜਾ ਰਿਹਾ ਕਿ ਕੇਜਰੀਵਾਲ ਤੋਂ ਵੱਡਾ ਕੋਈ ਜੁਮਲੇਬਾਜ਼ ਨਹੀਂ ਹੈ। ਚਲੋ ਮੈਂ ਇਹ ਲਫ਼ਜ਼ ਨਹੀਂ ਯੂਜ਼ ਕਰਨਾ ਚਾਹਾਂਗਾ, ਜੁਮਲੇਬਾਜ਼ ਹੈ ਨਹੀਂ ਹੈ, ਕਿਉਂਕਿ ਜਦੋਂ ਇਲੈਕਸ਼ਨ ਆਉਂਦਾ ਸਾਰੀਆਂ ਪਾਰਟੀਆਂ ਆਪਣੇ ਆਪਣੇ ਤਰੀਕੇ ਨਾਲ ਉਹਦਾ ਪ੍ਰਚਾਰ ਕਰਦੀਆਂ ਨੇ। ਲੇਕਿਨ ਸਾਨੂੰ ਆਪਣੀ ਤਕਲੀਫ, ਅਸੀਂ ਜਿਹੜੀ ਸਾਡੀ ਤਕਲੀਫ ਆ ਉਹ ਪੰਜਾਬੀਆਂ ਦੀ ਔਰ ਪੰਜਾਬ ਦੀ ਹੀ ਤਕਲੀਫ ਹੈਗੀ ਹੈ। ਕਿਉਂਕਿ ਦਿੱਲੀ 'ਚ ਜਿਹੜੇ ਟਰਾਂਸਪੋਰਟਰ ਨੇ 75% ਟਰਾਂਸਪੋਰਟਰ ਪੰਜਾਬ ਨੂੰ ਹੀ ਬਿਲੋਂਗ ਕਰਦੇ ਨੇ। ਅਗਰ ਕੇਜਰੀਵਾਲ ਸਾਹਿਬ ਦਿੱਲੀ ਦੇ ਟਰਾਂਸਪੋਰਟਰਾਂ ਦੀ ਗੱਲ ਸੁਣੇਗਾ ਤਾਂ ਦਿੱਲੀ ਦੇ ਟਰਾਂਸਪੋਰਟਰ 90% ਸਾਰੇ ਜਾ ਕੇ ਕੇਜਰੀਵਾਲ ਦੀ ਮਦਦ ਕਰਨਗੇ, ਨਹੀਂ ਤਾਂ ਮਦਦ ਨਹੀਂ ਕਰਨਗੇ। ਮੇਰਾ ਇਹ ਵਿਚਾਰ ਹੈ। ਥੈਂਕ ਯੂ ਸਰ, ਥੈਂਕ ਥੈਂਕ ਜਾਗੋ ਪਾਰਟੀ ਦੇ ਸੀਨੀਅਰ ਨੇਤਾ ਇੰਦਰਜੀਤ ਸਿੰਘ ਜੀ। ਇੰਦਰਜੀਤ ਸਿੰਘ ਜੀ, ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਵੀ ਕੇਜਰੀਵਾਲ ਸਾਹਿਬ ਕਹਿ ਰਹੇ ਆ ਕਿ ਅਸੀਂ ਪੰਜਾਬ ਦੇ ਵਿੱਚ ਹਰ ਬੰਦੇ ਨੂੰ, ਹਰ ਬੀਬੀ ਨੂੰ 2-2 ਹਜ਼ਾਰ ਰੁਪਇਆ ਦੇਣਾ ਚਾਹੁੰਦੇ ਆ। ਤੁਸੀਂ ਇਹਦੇ ਤੇ ਕੀ ਕਹਿਣਾ ਚਾਹੁੰਦੇ ਹੋ? 2-2 ਹਜ਼ਾਰ ਦੇਣ ਨਾਲ ਉਹਨਾਂ ਦੀ ਪੂਰੀ ਉਮਰ ਦੀ ਰੋਟੀ ਨਹੀਂ ਬਣ ਜਾਣੀ। ਹਾਂਜੀ, ਜਿਹੜਾ ਕੰਮ ਹੈ ਸਿਸਟੇਮੈਟਿਕ ਕਰੋ, ਪੰਜਾਬ ਨੂੰ ਉੱਪਰ ਚੱਕੋ, ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦਿਓ, ਜੀ ਉਹਨਾਂ ਨੂੰ ਕਾਰੋਬਾਰ ਦਿਓ, ਉਹਨਾਂ ਨੂੰ ਬਿਜ਼ਨਸ ਦਿਓ। 2-2 ਹਜ਼ਾਰ ਤੇਰਾ ਕਿਹਾ ਅੱਜ ਕੱਲ੍ਹ 500 ਰੁਪਏ ਤਾਂ ਉਹੀ ਲੱਗ ਜਾਂਦਾ ਜੀ ਦੁੱਧ ਚਾਹ ਪੱਤੀ ਲਿਆਉਣ ਨੂੰ। ਜੀ 2000 ਮਹੀਨੇ ਦੇ ਨਾਲ ਤੇਰੇ ਨਾਲ ਨਹੀਂ ਕੁਝ ਵੀ ਬਣਨਾ। ਜੀ। ਨਿੱਗਰ ਕੰਮ ਕਰ ਜੇ ਕਰ ਰਹੇ ਆ। ਤਾਂ ਵੀਰ ਜੀ, ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਸੀ ਵੀ ਜਿੱਦਾਂ ਭੁੱਲਰ ਸਾਹਿਬ ਸੀਗੇ, ਉਹ ਰਿਹਾਈ ਕਰ ਚਾਹੁੰਦੇ, ਸਾਰੀ ਜਥੇਬੰਦੀ ਨੇ ਇਕੱਠੇ ਹੋ ਕੇ ਬੜੀ ਅੱਛੀ ਆਵਾਜ਼ ਨੂੰ ਬੁਲੰਦ ਕੀਤਾ। ਉਹ ਅੰਦਰੋਂ ਅੰਦਰ ਹੀ ਹਿੱਲ ਵੀ ਗਿਆ ਪੰਜਾਬ ਦੇ ਵਿੱਚ। ਉੱਥੇ ਤਾਂ ਉਹਨਾਂ ਦੀ ਜਿਹੜੀ ਗ੍ਰਾਫਸ ਡਾਊਨ ਹੋ ਰਹੀ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਭੁੱਲਰ ਸਾਹਿਬ ਦਾ ਕਸੂਰ ਕੀ ਹੈ? ਭੁੱਲਰ ਸਾਹਿਬ ਦਾ ਨਜਾਇਜ਼ ਅਨਸੈਸਰੀ ਅੰਦਰ ਰੱਖਿਆ ਹੋਇਆ, ਜਦ ਕਿ ਉਹਦੇ ਪਰ ਕੋਈ ਕੇਸ ਨਹੀਂ ਇਸ ਟਾਈਮ। ਜੇ ਹੈ ਤਾਂ ਦੱਸੇ। ਇਹ ਤਾਂ ਜਾਣ ਬੁੱਝ ਕੇ ਭੁੱਲਰ ਦਾ, ਉੱਥੇ ਸਾਡਾ ਮੁੰਡਾ ਉਹ ਪੰਜਾਬ ਦਾ ਸਾਡੇ ਵਿੱਚ ਹੈ, ਉਹਨੇ ਕੋਈ ਖਰਾਬ ਨਹੀਂ ਕਰਨਾ, ਉਹ ਚੰਗਾ ਹੀ ਕਰੇਗਾ। ਬੜਾ ਮੈਚਿਓਰ ਆਦਮੀ ਹੈ, ਸਭ ਕੁਝ ਆ। ਪਹਿਲਾਂ ਉਹਦਾ ਬਾਪ ਚਾਚਾ ਮਾਰਤਾ, ਫਿਰ ਉਹਦਾ ਬਾਪ ਮਾਰਤਾ। ਤੁਸੀਂ ਗੱਲ ਸੁਣ ਲਓ, ਤੁਸੀਂ ਇਹਦਾ ਮਤਲਬ ਕਾਤਲ ਹੈ। ਤੁਸੀਂ ਹੱਦ ਹੋਗੀ, ਲੋਕਾਂ ਦੀ ਭਲਾਈ ਕਰੋ। ਜੇ ਪੰਜਾਬ ਵਿੱਚ ਆਣਾ ਹੈ ਤਾਂ ਭੁੱਲਰ ਨੂੰ ਬਾਇਜ਼ਤ ਜੇਲ੍ਹ ਚੋਂ ਸਵਾਗਤ ਕਰਕੇ ਲੈ ਕੇ ਆਵੇ, ਤਾਂ ਪੰਜਾਬ ਦੇ ਮੂੰਹ ਤੈਨੂੰ ਲੋਕੀ ਮੂੰਹ ਲਾਣਗੇ। ਵੀਰ ਜੀ, ਅਸੀਂ ਇਹ ਜਾਣਨਾ ਚਾਹੁੰਦੇ ਵੀ ਉਹਨਾਂ ਨੇ ਦਿੱਲੀ ਦੇ ਵਿੱਚ 400 ਟੀਚਰਾਂ ਨੂੰ ਖਾਲੀ ਘਰ ਬਿਠਾ ਦਿੱਤਾ ਸੀ। ਜਦੋਂ ਤੁਹਾਡਾ ਬਹੁਤ ਜਿਹੜਾ ਪ੍ਰਦਰਸ਼ਨ ਹੋਇਆ, ਉਹਨੂੰ ਡਰਦਿਆਂ ਦੇਖ ਕੇ ਉਹਨਾਂ ਨੂੰ ਫਿਰ ਬਹਾਲੀ ਤੇ ਲੈ ਆਇਆ। ਕਿਉਂ ਲੱਗਦਾ ਹੈ ਕਿ ਇਹ ਜਿਹੜੀ ਸਾਡੀ ਪੰਜਾਬੀ ਖਤਮ ਕਰਨਾ ਚਾਹੁੰਦਾ, ਇਹ ਉਹਨਾਂ ਨਾਲ ਦਾ ਹੀ ਹੈ ਜਿਨ੍ਹਾਂ ਤੇ ਅਸੀਂ ਜ਼ਿਆਦਾ ਭਰੋਸਾ ਕੀਤਾ? ਪੰਜਾਬੀ ਭਾਸ਼ਾ ਪੰਜਾਬੀਆਂ ਦੀ ਮਾਂ ਬੋਲੀ ਹੈ। ਜਿਹੜਾ ਉਹਦੇ ਨਾਲ ਧੱਕਾ ਕਰੇਗਾ, ਜੇ ਉਹਨਾਂ ਨੇ ਆਪਣੇ ਆਪ ਨੂੰ ਨਾ ਸੁਧਾਰਿਆ ਤਾਂ ਪੰਜਾਬ ਵਿੱਚ ਆਉਣ ਦਾ ਸੁਪਨਾ ਨਾ ਲਵੇ। ਜੀ, ਤੁਸੀਂ ਪੰਜਾਬ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਵੀ ਜਿਹੜਾ ਸਿੱਖਾਂ ਦੇ ਮਸਲੇ ਹੱਲ ਕਰੇਗਾ ਉਹੀ ਸਾਡੇ ਤੇ ਰਾਜ ਕਰੇਗਾ? ਮੈਂ ਕਹਿਣਾ ਚਾਹੁੰਦਾ ਸਾਰੇ ਪੰਜਾਬ ਦੇ ਵਾਸੀਆਂ ਨੂੰ, ਪੰਜਾਬੀਆਂ ਨੂੰ, ਸਿੱਖਾਂ ਨੂੰ, ਜਿਹੜਾ ਤੁਹਾਡਾ ਅਤੈਸ਼ੀ ਹੈ 100 ਵਾਰੀ ਸੋਚ ਕੇ ਉਹਨੂੰ ਵੋਟ ਪਾਇਓ। ਜੀ, ਇੰਦਰਜੀਤ ਜੀ, ਪੰਜਾਬੀਆਂ ਨੂੰ ਫਿਰ ਇੱਕ ਵਾਰ ਦੁਬਾਰਾ ਕੀ ਕਹਿਣਾ ਚਾਹੁੰਦੇ, ਆਪਣੇ ਦਿਲ ਸੇ ਕਹੀਏ ਜਰਾ। ਪੰਜਾਬੀਆਂ ਨੂੰ ਮੈਂ ਉਹ ਬੇਨਤੀ ਕਰਦਾ ਹੈ ਕਿ ਉਹ ਕੇਜਰੀਵਾਲ ਆ ਰਿਹਾ ਹੈ, ਅਕਾਲੀ ਦਲ ਹੈ, 7 ਪਾਰਟੀਆਂ ਹੋ ਗਈਆਂ, ਜਿੱਥੇ ਤੁਸੀਂ ਸੋਚਦੇ ਹੋ ਕਿ ਤੁਹਾਡਾ ਕੁਝ ਕਰ ਸਕਦਾ ਹੈ, ਤੁਹਾਡਾ ਕੁਝ ਸੰਭਾਲ ਸਕਦਾ ਹੈ, ਵੋਟਾਂ ਤੁਹਾਡੀਆਂ ਨਾਲ ਜਿੱਤਣਾ ਹੈ, ਉਹਨੂੰ ਤੁਸੀਂ ਵੋਟ ਪਾਓ ਔਰ ਆਪਣੇ ਰਿਸ਼ਤੇਦਾਰਾਂ ਨੂੰ, ਯਾਰਾਂ ਨੂੰ, ਦੋਸਤਾਂ ਨੂੰ, ਮਿੱਤਰਾਂ ਨੂੰ, ਗੁਆਂਢੀਆਂ ਨੂੰ, ਪਿੰਡ ਵਾਲਿਆਂ ਨੂੰ ਕਹੋ ਉਧਰ ਨੂੰ ਪ੍ਰੇਰੋ। ਨਹੀਂ ਤਾਂ ਇਹ ਆਉਂਦੇ ਆਪਣਾ ਮਤਲਬ ਕੱਢ ਕੇ, ਬੁੱਤਾ ਕੱਢ ਕੇ ਲੰਘਿਆਂ ਦੇ, ਅਸੀਂ ਲੋਕ ਮਿੱਤਾਂ ਕਰਦੇ ਇਹਨਾਂ ਦੀਆਂ ਪਿੱਛੇ ਪਿੱਛੇ ਤੁਰੇ ਫਿਰਦੇ।